ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੈਂਡੀ ਬੰਦਿਸ਼ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਭਾਣਾ। ਕੋਲ ਕੁੰਭਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕੋਲ ਕੁੰਭਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ, ਲਾਲਨ ਰਾਵਿਆ ਕਵਨ ਗਤੀਰੀ। ਸਖੀ ਬਤਾਵੋ ਮੁਝੈ ਮਤੀਰੀ। ਲਾਲਨ ਰਾਵਿਆ ਕਵਨ ਗਤੀਰੀ। ਸਖੀ ਬਤਾਵੋ ਮੁਝੈ ਮਤੀਰੀ। ਸੂਹਬ ਸੂਹਬ ਸੂਹਵੀ, ਆਪਣੇ ਪ੍ਰੀਤਮ ਕੈ ਰੰਗ ਰਤੀ। ਰਹਾ ਪਾਵ ਮਲੋਮੁ ਸੰਗ ਨੈਨ ਪਤੀਰੀ। ਜਹਾਂ ਪਠਾਵੋ ਜਾਉ ਤਤੀਰੀ। ਜਪ ਤਪ ਸੰਜਮ ਦੇਉ ਜਤੀਰੀ। ਇਕ ਨਿਮਖ ਮਿਲਾਵੋ ਮੋਹਿ ਪ੍ਰਾਨ ਪਤੀਰੀ। ਮਾਣ ਤਾਣ ਅਹੰਗ ਬੁੱਧ ਹਤੀਰੀ। ਸਾ ਨਾਨਕ ਸੁਹਾਗਵਤੀਰੀ। ਮਾਣ ਤਾਣ ਅਹੰਗ ਬੁੱਧ ਹਤੀਰੀ। ਸਾ ਨਾਨਕ ਸੁਹਾਗਵਤੀਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਪਰਿਪੂਰਨ ਸਰਵਸਵ ਜ਼ਰਰੇ ਜ਼ਰਰੇ ਨੂੰ ਜ਼ਰਖੇਜ਼ ਕਰਨ ਵਾਲੀ ਹਸਤੀ ਦਾਤਾਰ ਅਕਾਲ ਪੁਰਖ ਜੀ, ਅਪਾਰ ਮਿਹਰਾਮਤ ਹੈ ਅਸੀਂ ਮਾਨਵੀ ਜੀਵਨ ਦੇ ਸਫ਼ਰ ਵਿੱਚ ਇੱਕ ਹੋਰ ਦਿਨ ਆਲਮੋਸਟ ਸੰਪੂਰਨ ਕੀਤਾ, ਸੰਪੂਰਨ ਮੰਨਿਆ ਹੈ। ਗੁਰਦੁਆਰਾ ਸਾਹਿਬ ਜੀ ਦਾ ਪਾਵਨ ਦੀਵਾਨ ਚੱਲ ਰਿਹਾ ਹੈ। ਸ਼ਾਮ ਦੇ ਸਮੇਂ ਅਜੇ ਹੁਣੇ ਰਹਿਰਾਸ ਤੋਂ ਉਪਰੰਤ ਕੀਰਤਨ ਦੀ ਚੌਂਕੀ ਹੋ ਰਹੀ ਸੀ। ਹੁਣ ਗੁਰਸ਼ਬਦ ਵਿਚਾਰ ਵਿਆਖਿਆਨ ਵਾਸਤੇ ਸਾਨੂੰ ਇਹ ਅਵਸਰ ਬਣਿਆ। ਰਾਗ ਸੂਹੀ ਅਸੀਂ ਵਿਚਾਰ ਰਹੇ ਹਾਂ। ਇਸ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤੇ ਗਏ ਛੋਟ ਆਕਾਰੀ ਚੌਪਦਿਆਂ ਦੇ ਸ਼ਬਦ ਸਾਨੂੰ ਪ੍ਰਾਪਤ ਨੇ। ਬਚਨ ਆਪ ਨੇ ਸਰਵਨ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਬੜੇ ਮੁਕਾਮੀ, ਬੜੇ ਭਾਵਪੂਰਤ
ਜਿਨ੍ਹਾਂ ਦੀ ਸਿਗਨੀਫਿਕੇਸ਼ਨ ਬਿਯੋਂਡ ਟਾਈਮ ਆ, ਬਿਯੋਂਡ ਜੋਗ੍ਰਾਫਿਕਲ ਸਟਰਕਚਰ ਆ, ਬਿਯੋਂਡ ਏਜ ਲਿਮਿਟ ਆ, ਟੋਟਲੀ ਸਪਿਰਿਟ ਅਤੇ ਸਪਿਰਿਚੁਅਲਿਟੀ ਦੇ ਰੰਗ ਵਿੱਚ ਆ। ਇਸ ਪਾਵਨ ਸ਼ਬਦ ਦੀ ਜੋ ਤਕਰੀਰ ਹੈ, ਜੋ ਵਿਚਾਰ ਹੈ, ਹਮੇਸ਼ਾ ਦੀ ਤਰ੍ਹਾਂ ਰਹਾਉ ਦੇ ਬੰਦ ਤੋਂ, ਜੋ ਕਿ ਇਸ ਪਾਵਨ ਸ਼ਬਦ ਦਾ ਮੇਨ ਮੈਸੇਜ ਕੈਰੀ ਕਰਦੀਆਂ ਲਾਈਨਾਂ ਨੇ, ਉਹਨਾਂ ਤੋਂ ਅਸੀਂ ਪ੍ਰਾਰੰਭ ਕਰਾਂਗੇ। ਸਾਹਿਬ ਜ਼ਿਕਰ ਕਰਦੇ ਨੇ, ਸੂਹਬ ਸੂਹਬ ਸੂਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਉ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਪਵਿੱਤਰ 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 ਪੁਨੀਤ, ਕਿਹਾ ਗਿਆ ਜਦੋਂ ਕੋਈ ਕਿਸੇ ਚੀਜ਼ ਦੀ ਡਿਗਰੀ ਬਹੁਤ ਹਾਇਰ ਹੋ ਜਾਂਦੀ ਹੈ, ਮੈਂ ਸਪੋਜ਼ ਅਸੀਂ ਚੀਜ਼ਾਂ ਦਾ ਅਰਕ ਕੱਢਦੇ ਹਾਂ, ਅਤੇ ਜਦੋਂ ਉਹਨਾਂ ਦਾ ਅਰਕ ਕੱਢਿਆ ਜਾਂਦਾ, ਡਿਸਟਿਲਰੀ ਕੀਤੀ ਜਾਂਦੀ ਹੈ, ਅਤੇ ਜੋ ਥੋੜ੍ਹੀ ਸਪੋਜ਼ ਤੁਸੀਂ ਕੋਈ ਲੈ ਲਓ, ਮਿੰਟ, ਜਿਵੇਂ ਪੁਦੀਨਾ ਹੈਗਾ, ਪੁਦੀਨੇ ਦਾ ਅਰਕ ਕੱਢਦੇ ਹਾਂ, ਪੁਦੀਨੇ 'ਚੋਂ ਆਪਣੇ ਆਪ ਬੜੀ ਖੁਸ਼ਬੂ ਆਉਂਦੀ ਬਹੁਤ, ਮਤਲਬ ਤੁਸੀਂ ਦੇਖੋਗੇ ਮਿੰਟ 'ਚੋਂ ਬੜੀ ਨੈਚੁਰਲੀ ਬੜੀ ਜਿਹੜੀ ਹੈਗੀ ਉਸਦੇ 'ਚ ਇੱਕ ਫਰੈਗਰੈਂਸ ਹੁੰਦੀ, ਇੱਕ ਅਰੋਮੇ ਵਰਗੀ, ਉਸ ਤਰੀਕੇ ਦੀ। ਖੈਰ, ਜਦੋਂ ਉਹਨੂੰ ਤੁਸੀਂ ਅਰਕ ਕੱਢੋਗੇ, ਡਿਸਟਿਲਰੀ ਕਰੋਗੇ ਉਸਨੂੰ, ਅਤੇ ਫਿਰ ਉਹਦਾ ਜਿਹੜਾ ਲੈਵਲ ਆ ਉਹ ਬਹੁਤ ਹਾਇਰ ਹੋ ਜਾਏਗਾ। ਪਹਿਲਾਂ ਹੀ ਬੜਾ ਸੀਗਾ, ਪਰ ਹੁਣ ਤੇ ਬਹੁਤ ਹਾਇਰ ਹੋ ਗਿਆ, ਡਿਗਰੀ ਵੱਧ ਗਈ। ਉਹਦੇ ਵਿੱਚ ਜਿਹੜਾ ਪਿਓਰਿਟੀ ਲੈਵਲ ਹੈ ਹੋਰ ਜ਼ਿਆਦਾ ਵਧੀਆ, ਹੋਰ ਜ਼ਿਆਦਾ ਜਿਹੜਾ ਹੈਗਾ ਬਾਕਮਾਲ ਆ ਗਿਆ। ਜਿਹੜਾ ਸ਼ਬਦ ਆ ਰਿਹਾ ਸੂਹਬ ਸੂਹਬ ਸੂਹਵੀ, ਸੂਹਵੀ ਸੁਹੱਪਣ ਦੀ ਇੰਤਹਾ, ਖੂਬਸੂਰਤੀ, ਜਿਹਨੂੰ ਅਸੀਂ ਕਹਿ ਸਕਦੇ ਹੈਗੇ ਆ ਐਕਸਟ੍ਰੀਮ ਗਲੋਰੀ, beauty without end and without even beyond explanation, we can say in that way, that higher level of beauty which can actually just wonder us. We even cannot explain, or even actually cannot just make any comment, and actually admire it on that level. We will be totally delighted and just saying, wow, that is us level. ਹੁਣ ਉੱਥੇ ਕੀ ਹੈ, ਸੁਹਵੀ ਅਤੇ ਖੂਬਸੂਰਤੀ ਜਿਹੜੀ ਹੈ ਮਨੁੱਖੀ ਦੁਨੀਆ ਦੇ ਵਿੱਚ ਅਤੇ ਮਨੁੱਖਾਂ ਦੇ ਵਿੱਚ ਦਿਸਣ ਵਾਲੀ ਖੂਬਸੂਰਤੀ ਜਿਹੜੀ ਸਿੰਪਲ ਲੈਵਲ 'ਤੇ ਹੈ, ਉਹ ਹੈਗੇ ਨੇ ਸੋਹਣੇ ਚਿਹਰੇ ਮੋਹਰੇ। ਐਕਚੁਅਲੀ ਇਹੀ ਹੁੰਦਾ, ਸਿੱਧੇ ਤੌਰ 'ਤੇ ਅਸੀਂ ਕਹਿੰਦਾ ਚਿਹਰਾ ਮੋਹਰਾ ਦੇਖਦੇ ਹਾਂ, ਸਾਨੂੰ ਲੱਗਦਾ ਬੜਾ ਸੋਹਣਾ ਹੈ, ਬੜਾ ਖੂਬਸੂਰਤ ਹੈ, ਬੜੀ ਖੂਬਸੂਰਤ ਚਿਹਰੇ ਦੀ ਮਾਲਕ ਜਾਂ ਮਲਕਾ ਹੈ। ਇਹਦੇ ਬਾਬਤ ਲਿਟਰੇਚਰ 'ਚ ਬਹੁਤ ਕੁਝ ਲਿਖਿਆ ਗਿਆ ਆ। ਮੈਂ ਇਹਨੂੰ ਐਗਜ਼ਾਮਪਲਸ ਦੇ ਕੇ ਫਿਰ ਸ਼ਬਦ ਦੇ ਜਿਹੜਾ ਇਹਦੀ, ਕਿਉਂਕਿ ਸ਼ਬਦ ਦੇ ਐਕਚੁਅਲ ਲੈਵਲ 'ਤੇ ਅਤੇ ਜੀਸਟ ਨੂੰ, ਇਹਦੀ ਅੰਤਰਾਤਮਾ ਨੂੰ ਸਮਝਣਾ ਬੜਾ ਜ਼ਰੂਰੀ ਹੈ ਜੇ ਉਸ ਲੈਵਲ 'ਤੇ, ਕਿਉਂਕਿ ਗੁਰਬਾਣੀ ਦਾ ਸੰਦੇਸ਼ ਕਿਸੇ ਸੁਰਤ ਦੀਆਂ ਉੱਚੀਆਂ ਉਡਾਰੀਆਂ 'ਚੋਂ ਨਿਕਲ ਰਿਹਾ। ਜੋ ਅਕਸਰ ਇਹ ਗੱਲ ਕਹੀ ਗਈ ਲਿਟਰੇਚਰ ਦੇ ਵਿੱਚ ਕਿ ਜਿਹੜੀ ਖੂਬਸੂਰਤ ਸ਼ਕਲ ਆ, ਖੂਬਸੂਰਤ ਦਿਖਣਾ ਆ, ਸ਼ਕਲਿਆਬ ਹੋਣਾ ਉਸ ਤਰੀਕੇ ਦੇ ਨਾਲ, ਬਾਖੂਬ ਹੋਣਾ ਉਸ ਤਰੀਕੇ ਦੇ ਨਾਲ, ਇਹ ਕਹਿੰਦੇ ਨੇ ਕਿ ਰੱਬ ਜੀ ਦੁਆਰਾ ਦਿੱਤੀ ਗਈ ਇੱਕ ਸਿਫਾਰਸ਼ੀ ਚਿੱਠੀ ਹੈ। ਤੁਸੀਂ ਜਿੱਥੇ ਵੀ ਜਾਓਗੇ ਉਹ ਸਿਫਾਰਸ਼ੀ ਚਿੱਠੀ ਜਿਹੜੀ ਹੈ ਉਹ ਤੁਹਾਡੀ ਸਿਫਾਰਿਸ਼ ਕਰੇਗੀ। ਮਤਲਬ ਸੋਹਣੇ ਸੁਹੱਪਣ ਮਾਣ ਦੇ ਚਿਹਰਿਆਂ ਨੂੰ ਕੌਣ ਨਹੀਂ ਤਸਦੀਕ ਕਰੇਗਾ। ਕੋਈ ਵੀ ਕਿਸੇ ਤਰੀਕੇ ਦੇ ਨਾਲ ਇੱਕਦਮ ਜਿਹੜੀ ਹੈ ਅੱਖ ਦੀ ਕਸ਼ਿਸ਼, ਅੱਖ ਉਸ ਕਸ਼ਿਸ਼ ਵਾਲੇ ਪਾਸੇ ਅਟਰੈਕਟ ਹੋਏਗੀ, ਖਿੱਚੀ ਜਾਏਗੀ। ਸੋ ਇਸ ਲਈ ਸਾਡੀ ਦੁਨੀਆ ਦੇ ਵਿੱਚ ਸੁਹੱਪਣ ਨੂੰ, ਇਹਨੂੰ ਮਾਨਣ, ਭੋਗਣ, ਕਬਜਾਣ, ਇਸ ਕਿਸਮ ਦੀ ਬਿਰਤੀ ਵੀ ਰਹੀ ਵੱਡੇ ਲੈਵਲ 'ਤੇ। ਜੋ ਗੁਰੂ ਮਹਾਰਾਜ ਨੇ ਗੁਰਮਤਿ ਆਸ਼ੇ ਦੇ ਚੀਜ਼ਾਂ ਨੂੰ ਬਿਆਨ ਕੀਤਾ, ਸਾਡੇ ਸੰਸਾਰੀ ਦੁਨੀਆ 'ਚੋਂ ਐਗਜ਼ਾਮਪਲਸ ਲੈ ਕੇ ਸਾਨੂੰ ਬੜੇ ਸੁੰਦਰ ਢੰਗ ਦੇ ਨਾਲ ਸਾਨੂੰ ਚੀਜ਼ਾਂ ਨੂੰ ਜਿਹੜਾ ਹੈਗਾ ਉਹ ਸਮਝਾਇਆ, ਦਰਸਾਇਆ, ਬਤਾਇਆ। ਇੱਥੇ ਹੁਣ ਜਿਹੜੀ ਬਾਤ ਹੋ ਰਹੀ ਹੈ ਟੋਟਲ ਫੈਮਿਨਿਨ ਐਗਜ਼ਾਮਪਲ ਕੀਤੀ ਜਾ ਰਹੀ ਹੈ। ਇੱਥੇ ਇੱਕ ਫੈਮਿਨਿਨ ਜੈਂਡਰ ਦੇ ਰੂਪ ਵਿੱਚ ਪ੍ਰੈਜ਼ੈਂਟ ਕਰਦਿਆਂ ਹੋਇਆ ਇਹਨੂੰ ਇਸ ਤਰੀਕੇ ਨਾਲ ਦੇਖਣਾ ਕਿ ਬੰਦਾ ਸਰੀਰ ਕਰਕੇ ਭਾਵੇਂ ਰੋਗ ਨਹੀਂ ਕੋਈ ਵੀ ਹੈਗਾ ਡਾਇਰੈਕਟਲੀ, ਪਰ ਮਾਨਸਿਕ ਤੌਰ 'ਤੇ ਪਰੇਸ਼ਾਨ ਆ,
डिप्रैस्ड आ, हर वक्त किसी स्ट्रैस विच रहिंदा आ। लगातारता दे नाल जिहड़ा मैंटल हैल्थ इशूज़ ने जिहड़ा खास करके प्रैशर ऑन माइंड जिन्हों असीं कहने वो हैगा आ। तो होएगा कि जिस तो सब तो पहला पकड़िया जाएगा वो है चेहरे की जिहड़ी खूबसूरती है, जिहड़ी लो आ, जिहड़ी ग्लोरी है, वो डिम होनी शुरू हो जाएगी। ये एक्चुअली वेरी फस्ट साइन है इस तरीके दे नाल। जदों समाजां दी गल हुंदी है, समाजां दे विच क्योंकि असी पुरख प्रधान समाज विच शुरू तो रहे हैं, उसका रीज़न यह है क्योंकि सर्वाइवल सीगा। सर्वाइवल वास्ते जिहड़ियां चीज़ां चाहिदियां ने वो हैगा फूड, तो फूड खोना है, फूड कमाना है। अज तो टोटली अज वर्गा तो माहौल कभी किसी ने देखा ही नहीं होना जिस असी समय चो अज लंघ रहे हैं। एक बंदा एक ग्रोसरी स्टोर जावे तो कोल मनी हैगी है, ਉਹਦੇ ਕੋਲ ਅਫੋਰਡੇਬਿਲਟੀ ਹੈਗੀ ਹੈ, तो भावें एक साल की पूरी ग्रोसरी खरीद के घर आ जाए तो उन्होंने कोई लोड़ नहीं साल 2 साल 1.5 साल जिन्ना चिर चाहे बाहर जाने की दोबारा अपनी जगह तो अपने फार्म हाउस, अपनी अपार्टमेंट, अपनी मैंशन दे विच इंजॉय करे। जे पिछोकड़े चले जाओगे ऐसा नहीं सी हुंदा। हर रोज़ जिवें पंछी परिंदे जानवर सब हंट करते हैं फूड अपना, इस तरीके नाल हुंदी सी चढ़दी सवेर। तो जदों असी उस तरीके दे नाल एक फूड हंट करना हैगा फिर ते जिहड़ी मैस्कुलन पावर आ वो ज़्यादा उहदे वास्ते, क्योंकि उहदे कोल मसल्स ने, उहदे कोल ताकत आ, उस तरीके नाल उस चीज़ नूं ज़्यादा फोकस या फोर्स किया जाता सीगा। साडे पंजाब दी तरबीयत दे विच या दे आले दुआले गिरदे रवान दे अंदर जिहड़ी मैस्कुलन जेंडर नूं ही पैदा करन दी ते उहदी खुशी ते उहदा सब मनाउण दी बात है, वो भी इत्थों ही आई है, सर्वाइवल विचों आई है सारी। क्योंकि उन्हें हल वाउणा आ, हल वाह क्या वो मतलब उन्होंने कहा जाता है घोड़ पालना, बच्चे नूं पालण दी, लड़के नूं पालण दी जगह इस तरीके दे नाल लड़की नूं पालण दा क्या गया भेड़ पालना आ, पावे तो इहदा पालना की पालना है। एक्चुअली तो जिहड़ी चीज़ आ मैस्कुलन जेंडर जिहड़ा हैगा वो सर्वाइवल काम आएगा, वो फूड जनरेट करेगा, वो ब्रेड अर्नर होएगा, ब्रेड विनर होएगा। इस किस्म दी बातां हुई सारियां। गुरमत ने सानू एक नैक्सट लैवल ते ले जाना किया उस खिते दे विच उस तरीके दे नाल, क्योंकि जिहड़ी औरत दी होनी है उसनू सुचज्जे ढंग नाल समझो तो फिर स्पिरिट ते स्पिरिचुअलिटी नूं भी समझ पाओगे। अदरवाइज जिवें अज के समाज असीं आ जाइए, अज फैमिनन वैल्यूज़ की गल हुंदी है, बट फैमिनन वैल्यूज़ नूं अज एप्रीशिएशन नहीं हैगी, माफ़ी मंगांगा, बल्कि हो उल्टा रहा ये रहा है कि फैमिनन वैल्यूज़ नूं छड्ड के जिहड़ियां मैस्कुलन वैल्यूज़ ने, जिहड़ा फैमिनन साइड है वो भी उन्होंने अडॉप्ट करना चाह रहा है। वो सोच रहा कि इहदे विच ही सब कुछ है, हालांकि जिहड़ियां फैमिनन वैल्यूज़ ते उहदा रोल आ वो किस तरीके नाल घट हो सकता है। उन्होंने असी जे नहीं समझांगे, नहीं उन्होंने इंजॉय करांगे, नहीं माणांगे एज ए सोशल स्ट्रक्चर ऑफ द सोसाइटी होल, एज सोसाइटी एट होल, दैन डेफिनेटली जिहड़ा आज सोशल स्ट्रक्चर की स्ट्रगल देख रहे हो तुसी, ये लगातार सानू तंग करेगी। हुण मैं जिहड़ी छोटी जी उस लैवल ते विनती करन लगा सीगा, ਉਹਦੇ 'ਚ हैगा कि आपां जिस इस तरीके नाल देखते हैगे आ, साडे घर दे विच 5 वैल्यूज़ नूं बड़ा पंच प्रधानता की बात है, जिहदे 'च 5 गुणां की बात करा मैं, दया, धर्म, हिम्मत, मुहकम ते साहिब। जिहदे 'च देखोगे 2 गुण मैस्कुलन ने, 2 फैमिनन ने, एक मैस्कुलन ते फैमिनन दोनों सांझे रूप विच आ रहा। पहला फैमिनन है जिवें इस्त्रीवाची शब्द है दया। दया तो बिना, कंपैशन दे ग्राउंड नूं समझण तो बिना मनुखता सर्वाइव नहीं कर सकती। आज तुसी देखो people who are in power, people who have a lot of money, a lot of power, a lot of resources, if they just think about themselves, माफी मंगांगा मैं, they might survive very actually easily। पर फिर बात की जाती है, फिर मनुखता कादी रह गई।
सब नूं बचाओ, सब वास्ते एफर्ट करो। ईवन हर एक मबालिग खिते बारे बात हो रही है, हर एक छोटे तो छोटे इंडिविजुअल के उत्ते जिहड़ी है उहदी सेफ्टी की बात हो रही है। कंपैशन, दया, ये एक फैमिनन वैल्यू है, स्त्रीवाची जिहड़ी है कि उस लैवल का गुण आ। हुण उस लैवल तो तुसीं देखोगे जे इसे गुण नूं सोसाइटी दे विच असीं प्रज्वलित करना है तो जिन्ना इस्त्री दे विच दया दा मादा आ शायद बंदे च उन्ना नहीं हैगा। इसलिए जिहड़ी ममता आ, जिहड़ा मातरी भाव आ, जिहड़ी मदरहुडनेस आ, मदर्स डे भी आ रहा बड़ी जल्दी उस तरीके दे नाल, पर ये जिहड़ी चीज़ आ ये कित्थों आ रही है? माँ विचों। माँ आ तुसी देखोगे, क्योंकि दया ना है त्याग दा, दया ना है कुर्बानी दा, दया ना है अपने आप नूं निछावर करन दा। मैं तो कई बार विनती करदा आ, बच्चा बहुत सोहना लगदा आ, छोटा जिहा बच्चा किसी रेस, किसी रंग, किसी रूप विच तुहानूं मिले, यू कैन नॉट एक्चुअली इग्नोर द ग्लोरी, द ब्यूटी ऑफ ए किड, ब्यूटी ऑफ ए बेबी। वाई रीजन की है? क्योंकि किसी ने अपने सुहप्पन नूं उस नव जीवन तो वार दिता हैगा। औरत दी खूबसूरती, उहदा मास, मिज, हड्ड सब कुछ टल के एक नवा जीवन बनया है। इसलिए मावां जदों प्रैगनेंसी विचों गुजरदियां ने, ड्यूरिंग प्रैगनेंसी मोस्ट ऑफ द टाइम they actually suffer with lot of actually kind of deficiencies such as hemoglobin, iron, calcium, other so many things. उन्होंने एक्स्ट्रा जिहड़ा है विटामिन्स खाने पैंदे, एक्स्ट्रा फीड लैनी पैंदी, सब चीज़ां। रीजन की है? रीजन यो ही है क्योंकि वो अपने जीवन विचों अपने आप विचों शेयर कर रही ने, तरस दया के रूप दे विच। अदरवाइज यू कैन बी, why should I bother myself to share my life with someone? ਅੱਜ ਜਿਹੜੀ ਹਾਲਤ ਜਿਹਦੇ 'ਚ ਅਸੀਂ ਜੀ ਰਹੇ ਹਾਂ, ਕਿਉਂਕਿ ਮੈਂ ਕਿਹਾ ਮੈਸਕੂਲਨ ਵੈਲਿਊਜ਼ ਜਿਹੜੀਆਂ ਨੇ ਉਹਨਾਂ ਦੇ ਉੱਤੇ ਫੋਰਸ ਕੀਤਾ ਜਾ ਰਿਹਾ ਕਿ ਇਹ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਫੈਮਿਨਨ ਵੈਲਿਊਜ਼ ਵੀਕ ਬਣਾ ਦਿੰਦੀਆਂ ਨੇ। ਕਿਵੇਂ ਬਣਾ ਦਿੰਦੀਆਂ ਨੇ? ਦਇਆ, ਕੰਪੈਸ਼ਨ ਤੋਂ ਬਿਨਾਂ ਧਰਤੀ ਕਿਵੇਂ ਚੱਲ ਸਕਦੀ, ਸੰਸਾਰ ਕਿਵੇਂ ਚੱਲ ਸਕਦਾ ਹੈ? ਮਹਾਰਾਜ ਨੇ ਜੋ ਬਿਆਨ ਵੀ ਕੀਤਾ ਹੈਗਾ, पवन गुरु पानी पिता माता तरत महत। तरत माता ये अपने आप में कुछ सिखा रही है, सब कासे अपने विच मा रही है, बोझ चुक रही है सब कासे इस तरीके ये फैमिनिन वैल्यूज। मैं कह रही थी 5 वैल्यूज जिहड़ियां साडियां खास करके आ रही ने, उहदे च दया है। दया फैमिनिन उस लैवल ते वैल्यूज दे विच इन्हूं कंसीडर करांगे। फिर दूसरा धर्म मैस्कुलन हैगा। डिसिपलिन जिहड़ा आ किसी सिरड़ की मंग करदा आ, तो उहदे लई मैस्कुलन रोल आउंदा उस तरीके दे नाल। नो डाउट ये भी सच्चाई है। पूरा गुरु ग्रंथ साहब डिसिपलिन की गल करता है, धर्म की गल करता है, धर्म दिंदा है सानूं। मैनूं याद आ छोटा जिहा एक इंसीडेंट उस तरीके दे नाल साडे इंडिया च ड्यूरिंग माई एक्चुअली चाइल्डहुड पीरियड साढ़े खेतों के एक कुटी होंदी सी छोटी जी बनाई हुई, तो वो कुछ कदी कदार निर्मले साधु आके बैठ जाते सी, उन्होंने कुछ उत्थे टिकाणा हुंदा थोड़े समय लिए। तो हुंदा ये सीगा कि कई बार उन्होंने कुछ मिलने वास्ते आ जाना उस तरीके दे नाल, तो उन्होंने हिंदी खास करके ब्रिज भाषा दे विच लिखी हुई चीज़ जिहड़ी सीगी वो पढ़ना नहीं सी आउंदा। तो मैं मैनूं याद है छोटे होंदे को 2-4 वारी 10-50 वारी उन्होंने नाल बैठ के किते पोथी पढ़ी होनी है उस हिंदी भाषा दे जिहड़े देवानागरी अखरां च खास करके ब्रिज लिटरेचर जिहड़ा रिच होया उस किस्म का लिटरेचर। वो मैं उत्थे पढ़ रहा तो उस समय उन्होंने कोई मिलने वास्ते आ गए। मिलने वास्ते भी 2 शख्स आ गए जो एक शहर दे विच ही बड़े नामवर हस्ती सीगे, तो कुछ गुरबाणी की कथा वगैरह कथा करते सीगे। तो आ गए तो आई वाज़न्ट अवेयर अबाउट बट एक्चुअली आर दे
ਗੋਨਾ ਡੂ ਓਵਰ ਹੇਅਰ ਐਂਡ ਦੈਟਸ ਮੈਂ ਤਾਂ ਜਸਟ ਪੜ੍ਹ ਰਿਹਾ, ਮੈਨੂੰ ਇੰਟਰਸਟਡ ਲੱਗਦਾ ਸਟੋਰੀਜ਼ ਹੁੰਦੀਆਂ ਸੀਗੀਆਂ। ਉਹਨਾਂ ਨੇ ਆ ਕੇ ਜਦੋਂ ਦਸਤਕ ਦਿੱਤਾ ਪੋਥੀ ਬੰਦ ਹੋ ਗਈ, ਮੈਂ ਪੋਥੀ 'ਤੇ ਬੈਠਾ, ਉਹ ਆਪਸ 'ਚ ਗੱਲਾਂ ਕਰਨ ਲੱਗ ਗਏ। ਉਹ ਬਾਏ ਚਾਂਸ ਜਿਹੜਾ ਪ੍ਰਸੰਗ ਚੱਲ ਰਿਹਾ ਸੀਗਾ ਉਹਦੇ ਵਿੱਚ ਮਨੁੱਖ ਨੂੰ, ਖਾਸ ਕਰਕੇ ਮਰਦ ਨੂੰ, ਮੈਸਕੂਲਨ ਜੈਂਡਰ ਨੂੰ ਬਹੁਤ ਜ਼ਿਆਦਾ ਐਡਰੈਸ ਕਰਕੇ ਗੱਲ ਕੀਤੀ ਜਾ ਰਹੀ ਸੀ, ਆਪਣੇ ਆਪ ਨੂੰ ਸੰਭਾਲ ਸਵਾਰ ਇਸ ਕਿਸਮ ਦੇ ਨਾਲ। ਉੱਥੇ ਬੈਠਿਆਂ ਬੈਠਿਆਂ ਬਾਤ ਇਹ ਹੋ ਗਈ, ਉਹ ਜਿਹੜੇ ਸੱਜਣ ਆਏ ਸੀਗੇ ਸ਼ਹਿਰ 'ਚੋਂ, ਉਹ ਕਹਿੰਦੇ ਕਿ ਹਾਂ ਬਾਬਾ ਜੀ, ਗੱਲ ਇਹ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਜਾਂ ਹੋਰ ਬਹੁਤ ਸਾਰਾ ਧਾਰਮਿਕ ਲਿਟਰੇਚਰ, ਇਹਦੇ 'ਚ ਬੰਦੇ ਨੂੰ ਬੜੀ ਤਾਕੀਦ ਕੀਤੀ ਗਈ ਹੈ, ਉਹਦੇ ਮੁਕਾਬਲਤਨ ਔਰਤ ਨੂੰ ਤਾਕੀਦ ਘੱਟ ਕੀਤੀ ਗਈ ਹੈ, ਇਹ ਕੀ ਕਾਰਨ ਹੈ? ਤੇ ਉਹ 2-4 ਪਲ ਚੁੱਪ ਰਹੇ। ਚੁੱਪ ਰਹਿਣ ਤੋਂ ਬਾਅਦ ਕਹਿੰਦੇ ਸੱਚ ਹੈ। ਉਹਦਾ ਰੀਜ਼ਨ ਇਹ ਹੈ ਕਿ ਔਰਤ ਨੂੰ ਬਹੁਤ ਹੱਦ ਤੱਕ ਜੋ ਉਹਨੇ ਹੋਣਾ ਉਹ ਹੋ ਕੇ ਆਈ ਹੈ। ਉਹਦੇ 'ਚ ਬਹੁਤ ਸਾਰੇ ਗੁਣ ਕੁਦਰਤੀ ਤੌਰ 'ਤੇ ਨੇ। ਉਹਦੇ ਤੁਸੀਂ ਦੇਖੋਗੇ, ਉਹਦੇ ਦਇਆ ਦਾ ਗੁਣ ਆ, ਤਰਸ ਦਾ ਗੁਣ ਆ, ਉਹਦੇ 'ਚ ਇਹ ਚੀਜ਼ਾਂ ਜਿਹੜੀਆਂ ਨੇ, ਇਹ ਜਿਹੜੀ ਸਬੂਰੀ ਭਾਵ ਹੈ ਬੜਾ ਭਰਿਆ ਹੋਇਆ ਉਹਦੇ ਅੰਦਰ। ਮਨੁੱਖ ਵੱਡੇ ਲੈਵਲ 'ਤੇ ਲੈਕਿੰਗ ਹੈ, ਜਿਹੜਾ ਮਰਦ ਹੈ ਇਹਦੇ 'ਚ ਲੈਕਿੰਗ ਹੈ ਇਸ ਚੀਜ਼ ਦੀ। ਸੋ ਇਹ ਕਿਹਾ ਜਾਏ ਕਿ ਜਿਹੜਾ ਧਰਮ ਰੂਪ ਆ, ਇਹ ਬੰਦੇ ਨੂੰ ਵੱਡੇ ਲੈਵਲ 'ਤੇ ਜਿਹੜਾ ਚਾਹੀਦਾ ਆ, ਔਰਤ ਵੱਡੇ ਲੈਵਲ 'ਤੇ ਧਰਮ ਨੂੰ ਪਾਲ ਰਹੀ ਹੈ। ਆਪ ਦੇਖੋਗੇ, ਕੱਲ੍ਹ ਆਪਾਂ ਜਬਰ ਜਨਾਹ ਦੀ ਬਾਤ ਕਰ ਰਹੇ ਸੀਗੇ, ਔਰਤਾਂ ਵੱਲੋਂ ਮਰਦਾਂ ਦਾ ਉਸ ਕਿਸਮ ਦੇ ਨਾਲ ਜਿਹੜਾ ਹੈਗਾ, ਹਾਂ ਕਿਤੇ ਕਿਤੇ ਕੋਈ ਐਕਸੈਪਸ਼ਨਲ ਐਗਜ਼ਾਮਪਲਸ ਤੁਹਾਨੂੰ ਮਿਲਦੀਆਂ ਨੇ, ਅਦਰਵਾਈਜ਼ ਮਰਦ ਪ੍ਰਧਾਨ ਜਾਂ ਮਰਦ ਦੇ ਦੁਆਰਾ ਕੀਤਾ ਗਿਆ ਕ੍ਰਾਈਮ ਵੱਡੇ ਲੈਵਲ 'ਤੇ ਆ ਰਿਹਾ ਹੈਗਾ, ਕਿਉਂਕਿ ਉਹਨੂੰ ਡਿਸਿਪਲਿਨ ਦੀ ਲੋੜ ਆ, ਉਹਨੂੰ ਧਰਮ ਦੇ ਜ਼ਾਬਤੇ ਦੀ ਲੋੜ ਹੈ। ਇਸ ਲਈ ਧਰਮ ਲਫ਼ਜ਼ ਵੀ ਆਪਣੇ ਆਪ ਦੇ ਵਿੱਚ ਪੁਲਿੰਗ ਆ, ਮੈਸਕੂਲਨ ਹੈ। ਫਿਰ ਅਗਲੇ ਪੜਾਅ 'ਚ ਆ ਜਾਓ ਤੁਸੀਂ, ਹਿੰਮਤ ਇਹ ਫਿਰ ਫੈਮਿਨਨ ਹੈ, ਕਿਉਂਕਿ ਜਿਹੜਾ ਹਿੰਮਤ ਆ, ਜਿਹਨੂੰ ਅਸੀਂ ਲੌਂਗ ਰਨ ਦੇ ਵਿੱਚ ਕਹਿੰਦੇ ਹੈਗੇ ਆ ਕਿ ਜਲਦੀ ਕਰਕੇ ਜਿਹੜੀ ਬੰਦੇ ਦੀ ਡਿਟਰਮੀਨੇਸ਼ਨ ਆ, ਜਿਹੜੀ ਬੰਦੇ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਉਹ ਜਿਹੜਾ ਦ੍ਰਿੜਤਾ ਦਾ ਪੱਖ ਆ, ਉਹ ਕਿਤੇ ਨਾ ਕਿਤੇ ਡਿੱਗ ਜਾਂਦਾ ਆ। ਔਰਤ ਫਿਰ ਕਿਸੇ ਨਾ ਕਿਸੇ ਲੈਵਲ 'ਤੇ ਚੱਲਦੀ ਰਹਿੰਦੀ ਹੈ। ਜਿੱਥੇ ਬਹੁਤ ਜਿਹੜੀਆਂ ਨੇ ਲੰਬੇ ਕਮਿਟਮੈਂਟ ਚਾਹੀਦੇ ਹੁੰਦੇ ਨੇ, ਉਹੋ ਜਿਹੇ ਖਿੱਤੇ, ਉਹੋ ਜਿਹੇ ਕਾਰਗੁਜ਼ਾਰੀ ਦੇ ਵਿੱਚ ਔਰਤਾਂ ਜ਼ਿਆਦਾ ਸਫਲ ਹੁੰਦੀਆਂ ਨੇ। ਰੀਜ਼ਨ ਕਿਉਂਕਿ ਹਿੰਮਤ ਨਹੀਂ ਹਾਰਨਾ। ਸੋ ਇੱਕ ਫਿਰ ਦੁਬਾਰਾ ਇੱਕ ਫੈਮਿਨਨ ਵੈਲਿਊਜ਼ ਦੇ ਰੂਪ ਵਿੱਚ ਆ ਰਿਹਾ ਹੈਗਾ। ਫਿਰ ਮੁਹਕਮ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਫਿਰ ਮਾਸਕੂਲਨ ਹੈਗਾ ਆ। ਮੁਹਕਮ ਦਾ ਮਤਲਬ ਜਿਹੜਾ ਕਿਸੇ ਚੀਜ਼ ਦਾ ਵਿੱਚ ਕੰਟੀਨਿਊਸਲੀ ਜਿਹੜਾ ਹੈਗਾ ਇੱਕ ਲੈਵਲ 'ਤੇ ਉਸ ਤਰੀਕੇ ਦੇ ਨਾਲ ਸੁਦ੍ਰਿੜ ਹੋ ਕੇ ਉੱਭਰਨਾ, ਉਹ ਮੁਹਕਮਤਾ ਜਿਹੜੀ ਹੈ ਉਹ ਇੱਕ ਮਰਦ ਪ੍ਰਧਾਨ ਹੈ। ਫਿਰ ਸਾਹਿਬੀ ਜਿਹੜੀ ਹੈ, ਸਾਹਿਬ ਜਿਹੜਾ ਆ ਇਹ ਨਿਊਟਰਲ ਆ, ਤੇ ਫੈਮਿਨਨ ਤੇ ਮੈਸਕੂਲਨ ਦੋਵਾਂ ਰੂਪਾਂ ਵਿੱਚ ਆਉਂਦਾ ਹੈਗਾ। ਸਾਹਿਬ ਜਿਹੜਾ ਹੈ ਉਹ ਇੱਕ ਲੈਵਲ 'ਤੇ ਸਤਰੀਲਿੰਗ ਵੀ ਲੱਗਦਾ, ਪੁਲਿੰਗ ਵੀ ਲੱਗਦਾ, ਪਰ 2 ਗੁਣ ਮੈਸਕੂਲਨ, 2 ਗੁਣ ਜਿਹੜੇ ਫੈਮਿਨਨ, ਫਿਰ ਇੱਕ ਸਾਂਝਾ ਗੁਣ। ਇਹ ਪੰਜਾਂ ਦਾ ਜਿਹੜਾ ਮਿਸ਼ਰਣ ਆ, ਇਹ ਮਨੁੱਖ ਦੀ ਅਸਲ ਰੂਪ ਵਿੱਚ ਘਾੜਤ ਵਿੱਚ ਉਸ ਤਰੀਕੇ ਨਾਲ ਆਉਂਦਾ ਹੈ। ਜੇ ਇਹਦੇ 'ਚ ਇੰਬੈਲੈਂਸ ਹੋ ਜਾਏ, ਮਨੁੱਖ ਦਾ ਜੀਵਨ ਬਿਲਕੁਲ ਕਿਸੇ ਕਿਸਮ ਦੇ ਨਾਲ ਵੀ ਇੰਜੋਏਬਲ ਨਹੀਂ ਰਹਿੰਦਾ। ਹੁਣ ਜਿਹੜੀ ਬਾਤ ਇਸ ਪਾਵਨ ਸ਼ਬਦ ਵਿੱਚ ਆ ਰਹੀ ਹੈ, ਜਿਹੜਾ ਗੁਰੂ ਮਹਾਰਾਜ ਨੇ ਸੂਹਬ ਸੁਹਵੀ, ਹੁਣ ਇੱਕ ਸਾਡੀ ਆਤਮਿਕ ਸਰਬੁਲੰਦਗੀ ਲਈ, ਆਤਮਿਕ ਚੜ੍ਹਦੀ ਕਲਾ ਵਾਸਤੇ, ਸਾਨੂੰ ਸਪਿਰਿਚੁਅਲੀ ਬੈਟਰ ਕਰਨ ਵਾਸਤੇ ਇੱਕ ਰਾਹ ਸੁਝਾਇਆ ਹੈ। ਰਾਹ ਕੀ ਸੁਝਾਇਆ ਹੈ? ਇੰਤਹਾ ਦਾ ਸੁਹੱਪਣ, ਸੋਹਣਾਪਨ ਆਪਣੇ ਜੀਵਨ ਵਿੱਚ ਲੈ ਕੇ ਆਈਏ। ਫੈਮਿਨਨ ਵੈਲਿਊਜ਼ ਦੀ ਇੱਕ ਬਾਤ ਹੋ ਰਹੀ ਹੈ। ਹੁਣ ਇੱਥੇ ਸੌਰੀ ਟੂ ਸੇ, ਫਿਰ ਮੈਂ ਬਾਤ ਕਰਾਂਗਾ, ਔਰਤ ਦਾ ਸੁਹੱਪਣ ਉਹਦੇ ਚਿਹਰੇ ਦੀ ਲੀਪਾ ਪੋਤੀ 'ਚ ਨਹੀਂ ਹੈਗਾ, ਇਕੱਲੇ 'ਚ। ਲੀਪਾ ਪੋਤੀ ਜਿੰਨੀ ਮਰਜ਼ੀ ਕਰ ਲਈ ਜਾਏ, ਜਿਹਨੂੰ ਅਸੀਂ ਮੇਕਅਪ ਕਹਿੰਦੇ ਹਾਂ, ਡਿਵੈਲਪ ਕਰਨਾ ਕਹਿੰਦੇ ਹਾਂ, ਦੋਜ਼ ਥਿੰਗਸ ਕੈਨ ਬੀ ਫੇਕ ਐਟ ਐਨੀ ਟਾਈਮ। ਉਹ ਫੇਕ ਹੋ ਸਕਦੇ ਨੇ ਕਿਸੇ ਵਕਤ ਵੀ। ਜਿਹੜੀ ਐਕਚੁਅਲ ਲੈਵਲ 'ਤੇ ਹੈ, ਉਹ ਪਰਸਨੈਲਿਟੀ ਡਿਵੈਲਪਮੈਂਟ ਦੀ ਬਾਤ ਹੋ ਰਹੀ ਹੈ, ਜਿਹੜੀ ਮੈਂ ਪਹਿਲਾਂ ਬਾਤ ਕੀਤੀ ਕਿ ਫਿਰ ਇੱਕ ਛੋਟੀ ਜਿਹੀ ਗੱਲ ਮੈਂ ਇਹਦੇ ਨਾਲ ਜਿਹੜਾ ਹੈਗਾ ਰਿਲੇਟ ਕਰਕੇ ਦੱਸ ਦੇਣਾ ਆ। ਉਹ ਹੈਗੀ ਹੈ ਕਿ ਜੇ
ਸਮਾਜ ਨੂੰ ਹੈਲਦੀ ਦੇਖਣਾ ਆ ਤੁਸੀਂ, ਤੇ ਹੈਲਦੀ ਸੁਸਾਇਟੀ ਦੇ ਵਿੱਚ ਔਰਤ ਦਾ ਹੈਲਦੀ ਹੋਣਾ ਬੜਾ ਜ਼ਰੂਰੀ ਹੈ। ਜੇ ਸੁਸਾਇਟੀ ਦੀ ਔਰਤ ਅਨਹੈਲਦੀ ਹੈ, ਬਿਮਾਰ ਆ, ਉਹ ਸੁਸਾਇਟੀ ਕਦੀ ਵੀ ਹੈਲਦੀ ਨਹੀਂ ਹੋ ਸਕਦੀ। ਤੁਸੀਂ ਇਸ ਨੂੰ ਇਸ ਤਰੀਕੇ ਨਾਲ ਦੇਖੋ, ਭਾਰਤੀ ਖਿੱਤੇ ਦੇ ਵਿੱਚ ਬੇਤਹਾਸ਼ਾ ਵੀਕਨੈਸ, ਕਮਜ਼ੋਰੀ ਰਹੀ। ਇਹ ਗੁਰੂ ਪੀਰੀਅਡ ਤੋਂ ਪਹਿਲਾਂ, ਅੱਜ ਬਾਈ ਚਾਂਸ ਜਿਹੜਾ ਹੈਗਾ ਆ, ਜਿਹੜਾ VE ਡੇ ਹੁੰਦਾ ਆ ਯੂਰਪ ਦੇ ਵਿੱਚ, ਅਤੇ ਪੂਰੇ ਉੱਧਰ ਜਿਹੜਾ ਆਸਟ੍ਰੇਲੀਅਨ ਪੈਸੀਫਿਕ ਕੰਟੀਨੈਂਟ ਵਗੈਰਾ ਸਾਰੇ ਮਨਾਇਆ ਜਾਂਦਾ ਹੈਗਾ, ਅਤੇ ਉਹਦੇ 'ਚ ਇਹ ਹੁੰਦਾ ਹੈ ਕਿ ਜਿਹੜੀ 75 ਈਅਰਸ ਅਗੋ ਜਿਹੜੀ ਵਰਲਡ ਵਾਰ ਨੂੰ ਯਾਦ ਕਰਦੇ, ਅਤੇ ਵਿਕਟਰੀ ਨੂੰ, ਸਾਰੀ ਚੀਜ਼ ਨੂੰ ਉਸ ਲੈਵਲ 'ਤੇ ਜਿਹੜਾ ਯਾਦ ਕੀਤਾ ਜਾਂਦਾ। ਉਹਦੇ 'ਚ ਸਿੱਖਾਂ ਨੂੰ ਵੀ ਖਾਸ ਕਰਕੇ ਅੱਜ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵਰਲਡ ਵਾਰ ਦੀਆਂ ਜਿਹੜੀਆਂ ਨੇ ਉਹ ਸਪਰੈਡ ਕੀਤੀਆਂ ਗਈਆਂ। ਬਾਤ ਹੋਈ ਜਦੋਂ ਅੱਜ ਚਰਚਿਲ ਦੀ ਗੱਲ ਹੋ ਰਹੀ ਸੀ, ਉਹਦੇ ਨਾਲ ਜਿਹੜੀਆਂ ਪਿਕਚਰਸ ਆਈ ਜਾ ਰਹੀਆਂ ਨੇ, ਉਹਦੇ 'ਚ ਕਈ ਸਿੱਖ ਸੋਲਜਰਸ ਦਿਸ ਰਹੇ ਨੇ, ਮਤਲਬ ਸਭ ਚੀਜ਼ਾਂ। ਅਤੇ ਸਿੱਖ ਦਾ ਮਤਲਬ ਜਿਹੜੇ ਇਸ ਤਰੀਕੇ ਦੇ ਨਾਲ ਟਰਬਨ ਵੀਰਿੰਗ ਕਮਿਊਨਿਟੀਜ਼ ਦੇ, ਜਿਹੜੀ ਟਰਬਨ ਵੀਰਿੰਗ ਕਮਿਊਨਿਟੀ, ਉਹਦੇ ਮੈਂਬਰ ਜਿਹੜੇ ਨੇ, ਦੇ ਆਰ ਕਾਈਂਡ ਆਫ ਵਾਰੀਅਰਸ, ਯੋਧੇ ਨੇ, ਦਲੇਰ ਨੇ, ਤਗੜੇ ਨੇ, ਇਸ ਕਿਸਮ ਦੇ ਬਾਤ ਹੋ ਰਹੀ ਹੈ। ਇਹ ਪੂਰੀ ਦੀ ਪੂਰੀ ਜਿਹੜੀ ਜਿਹਨੂੰ ਕਿਹਾ ਜਾਏ ਇੱਕ ਨਰੇਟਿਵ ਬਦਲਿਆ, ਨਰੇਸ਼ਨ ਹੀ ਬਦਲ ਦਿੱਤੀ ਗੁਰੂ ਪੀਰੀਅਡ ਤੋਂ ਬਾਅਦ। ਅਦਰਵਾਈਜ਼ ਉਸ ਤੋਂ ਪਿੱਛੇ ਚਲੇ ਜਾਓ ਤੁਸੀਂ, ਵਟ ਡਜ਼ ਪੰਜਾਬ ਮੀਨ ਇਨ ਪਰਸ਼ੀਅਨ ਫਾਰਸੀ ਲਿਟਰੇਚਰ ਦੇ ਵਿੱਚ? ਪੰਜਾਬ ਮੀਨ ਲੈਂਡ ਆਫ ਕਾਵਰਡਸ, ਬੁਜ਼ਦਿਲਾਂ ਦੀ ਜਿਹੜੀ ਹੈ ਸਰਜ਼ਮੀਨ। ਕਿਉਂ? ਕਿਉਂਕਿ ਬੁਜ਼ਦਿਲ ਲੋਕ ਨੇ, ਗੁਲਾਮ ਨੇ, ਇਹਨਾਂ ਨੂੰ ਲਿਆ ਕੇ ਵੇਚਿਆ ਜਾਂਦਾ ਮੰਡੀਆਂ 'ਚ। ਕੰਧਾਰ, ਗਜਨੀ, ਕਾਬਲ, ਇਹਨਾਂ ਰੂਪ ਦੇ, ਬੁਖਾਰਾ, ਬਗਦਾਦ, ਇਹ ਸਭ ਤਹਿਰਾਨ ਦੇ ਵਿੱਚ। ਜਦੋਂ ਚੇਂਜਸ ਆਏ ਗੁਰੂ ਪੀਰੀਅਡ ਤੋਂ ਬਾਅਦ। ਗੁਰੂ ਪੀਰੀਅਡਸ ਨੇ ਕੀ ਚੇਂਜਸ ਕੀਤਾ? ਹੁਣ ਚੇਂਜਸ ਵਿੱਚ ਦੇਖੋਗੇ ਕਿ ਘਰ ਦੇ 'ਚ ਸਵਾਣੀ ਹੈ, ਅਤੇ ਸਵਾਣੀ ਦਾ ਕੋਈ ਹਕੂਕ ਹੀ ਨਹੀਂ ਹੈਗਾ। ਉਹਦੀ ਕੋਈ ਪੁੱਛ ਪੜਤਾਲ ਨਹੀਂ ਹੈ। ਉੱਥੇ ਕਿਸੇ ਕਿਸਮ ਦੇ ਨਾਲ ਉਹਨੂੰ ਵੈਲਿਊ ਹੀ ਨਹੀਂ ਕੀਤਾ ਜਾ ਰਿਹਾ। ਉਹਦੀ ਕੁੱਖ ਤੋਂ ਜਣਨ ਵਾਲੀ ਔਲਾਦ ਕੈਸੀ ਹੋਏਗੀ? ਔਲਾਦ ਕਿਵੇਂ ਦਲੇਰ ਹੋਏਗੀ, ਤਗੜੀ ਹੋਏਗੀ, ਆਪਣੇ ਹਕੂਕ ਲੜਨ ਵਾਲੀ ਹੋਏਗੀ। ਜਿੱਥੇ ਔਰਤ ਘਰਾਂ ਦੀਆਂ ਚਾਰ ਦੀਵਾਰੀਆਂ ਦੇ ਵਿੱਚ, ਦਰਵਾਜ਼ੇ ਦੀਆਂ ਨੁੱਕਰਾਂ ਵਿੱਚ ਬੈਠ ਕੇ ਸਿਸਕੀਆਂ ਭਰਦੀ ਹੈ, ਉਹਦੇ 'ਚੋਂ ਪੈਦਾਇਸ਼ ਹੋਣ ਵਾਲੀ ਜਿਹੜੀ ਔਲਾਦ, ਉਹ ਕੈਸੀ ਹੋਏਗੀ? ਅੱਜ ਦੀ ਜਿਹੜੀ ਸਾਈਕੋਲੋਜੀ ਇਸ ਚੀਜ਼ ਨੂੰ ਪੂਰੀ ਤਰ੍ਹਾਂ ਬਿਆਨ ਕਰਦੀ ਹੈਗੀ। ਅਸੀਂ ਤਾਂ ਖੁਦ ਜਦੋਂ ਕਿਸੇ ਦੀ ਖਾਸ ਕਰਕੇ ਐਡਿਕਸ਼ਨ ਸਾਈਡ ਦੇ ਸਾਈਕੋਲੋਜੀਕਲ ਅਸੈਸਮੈਂਟ ਕਰਦੇ ਹੈਗੇ ਆ, ਤਾਂ ਉਹਦੇ 'ਚ ਅਸੀਂ ਇਹ ਪੁੱਛਦੇ ਹਾਂ, ਹਾਊ ਇਜ਼ ਯੂਰ ਚਾਈਲਡਹੁੱਡ? ਓਕੇ ਜੀ, ਇਸ ਤਰੀਕੇ ਦਾ ਸੀ। ਓਕੇ, ਜਦੋਂ ਤੂੰ ਖਾਸ ਕਰਕੇ ਵੂਮ ਦੇ ਵਿੱਚ ਸੀਗਾ, ਜਦੋਂ ਤੇਰੀ ਮਾਂ ਦੀ ਪ੍ਰੈਗਨੈਂਸੀ ਦਾ ਪੀਰੀਅਡ ਚੱਲ ਰਿਹਾ ਸੀਗਾ, ਉਹਦੀ ਮੈਂਟਲ ਹੈਲਥ, ਉਹਦੀ ਫਿਜ਼ੀਕਲ ਹੈਲਥ ਕਿਵੇਂ ਸੀਗੀ? ਘਰ ਦਾ ਇਨਵਾਇਰਮੈਂਟ ਕਿਵੇਂ ਸੀਗਾ? ਸਾਰਾ ਦਾ ਸਾਰਾ, ਤਾਂ ਕਿ ਪਤਾ ਲੱਗੇ ਇਹਦੀ ਜਦੋਂ ਸਾਰੀ ਫਾਈਬਰ ਬਿਲਡ ਹੋਇਆ ਆ, ਕਿਹੋ ਜਿਹੇ ਇਨਵਾਇਰਮੈਂਟ 'ਚ ਹੋਇਆ। ਸੋ ਇਹ ਸਭ ਚੀਜ਼ਾਂ ਜਿਹੜੀਆਂ ਰੋਲ ਪਲੇ ਕਰਦੀਆਂ ਸਾਰੇ ਦੇ ਵਿੱਚ। ਗੁਰੂ ਬਾਬਾ ਜੀ, ਧੰਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਇੱਕ ਨਵੇਂ ਨਰੇਸ਼ਨ ਕੀਤੀ, ਮੈਂ ਬੇਨਤੀ ਕੀਤੀ, ਇੱਕ ਯੁੱਗ ਪਲਟਿਆ ਪੂਰਾ ਦਾ ਪੂਰਾ ਉਸ ਖਿੱਤੇ ਦੇ ਵਿੱਚ। ਬੇਬੇ ਨਾਨਕੀ ਉਹਨਾਂ ਦੇ ਭੈਣ ਨੇ, ਵੱਡੇ ਨੇ ਉਹਨਾਂ ਤੋਂ 5 ਵਰੇ, ਪਰ ਉਹਨਾਂ ਨਾਲ ਸਨੇਹਤਾ ਦੀ ਇੰਤਹਾ ਕਰ ਦਿੱਤੀ। ਇੱਕ ਰਿਸ਼ਤੇ ਨੂੰ ਨਵੇਂ ਜਿਹੜਾ ਥ੍ਰੈਸ਼ਹੋਲਡ ਨੂੰ ਜਾ ਕੇ ਉਹਨਾਂ ਨੇ ਟੱਚ ਕੀਤਾ। ਉਹਦੇ ਵਿਵਾਹ ਤੋਂ ਬਾਅਦ ਉਹਨੂੰ ਮਿਲਣ ਵਾਸਤੇ ਜਾਣਾ, ਉਹਦੇ ਘਰ ਰਹਿਣਾ, ਉਹਦੇ ਗਿਰਾਂ ਜਾ ਕੇ ਜੌਬ ਕਰਨੀ, ਉਹਨੂੰ ਹਰ ਤਰੀਕੇ ਦੇ ਨਾਲ ਉਹਨੂੰ ਐਡਵਾਈਸ। ਵਿਆਹ ਵੀ ਰਿਸ਼ਤਾ ਉਹ ਲੈ ਕੇ ਆਏ ਗੁਰੂ ਨਾਨਕ ਮਹਾਰਾਜ ਜੀ ਵਾਸਤੇ, ਹਰ ਤਰੀਕੇ ਦੇ ਨਾਲ। ਇਹ ਕੀ ਹੈ? ਇਹ ਐਕਚੁਅਲ ਲੈਵਲ 'ਤੇ ਉਸ ਸੁਸਾਇਟੀ ਦਾ ਚਿਹਰਾ ਮੋਹਰਾ ਘੜਨਾ ਆ, ਜਿੱਥੇ ਹੁੰਦੇ ਸਮੇਂ ਦੇ ਵਿੱਚ ਮਾਤਾ ਪਾਕ ਕੌਰ ਸਰੀਖੀ ਰੂਹ ਦੀ ਆਮਦ ਹੋਣੀ ਹੈ। ਨਹੀਂ ਤਾਂ ਉਸ ਖਿੱਤੇ 'ਚ ਇਹ ਕਹਿੰਦੇ ਪਤੀ ਪਰਮੇਸ਼ਰ ਹੈ, ਜੋ ਪਤੀ ਨੇ ਕਹਿ ਤਾ ਪਤਨੀ ਨੇ ਬਸ ਅੱਖਾਂ ਨੇ ਉੱਤੇ ਚੱਕਣੀਆਂ। ਹਕੀਕਤ ਇਹ ਹੈ, ਮਾਤਾ ਪਾਕ ਕੌਰ ਉਹ ਔਰਤ ਆ ਜਿਹਨੇ ਉਹ ਰਿਪਰੈਜ਼ੈਂਟ ਕਰਦੀ ਉਸ ਧਿਰ ਨੂੰ। ਜਦੋਂ ਗੁਰੂ ਸਾਹਿਬ ਨੂੰ ਵਿਦਾਵਾ ਲੈ ਜਿਹੜਾ ਹੈਗਾ ਕਰਕੇ ਆ ਰਹੇ ਨੇ, ਉਹਨਾਂ ਮੂੰਹ ਲਾ ਰਿਹਾ, ਖਬਰਦਾਰ, ਜਿਹੜਾ ਗੁਰੂ ਦਾ ਨਹੀਂ ਸਾਡਾ ਕੀ ਲੱਗਦਾ, ਪਿਛੜ ਜਾਓ। ਇੱਕ ਨਵਾਂ ਸਿਨੈਰੀਓ ਉੱਥੇ ਬਣ ਰਿਹਾ, ਨਵੇਂ ਲੈਵਲ ਤੱਕ ਜਿਹੜੀ ਚੀਜ਼ ਆ ਰਹੀ ਹੈ, ਤੇ ਸੁਸਾਇਟੀ ਨਵੇਂ ਘਾਟ ਤੇ ਘੜੀ ਜਾ ਰਹੀ ਹੈ। ਇਹ ਅਸਲ ਸੁਹੱਪਣ ਆ, ਇਹ ਉਹ ਚਿਹਰੇ ਦਾ ਨੂਰ ਆ ਜਿਹੜਾ ਪੂਰੇ ਸਮਾਜ ਨੂੰ ਇੱਕ ਨਵੀਂ ਰੰਗਤ ਦਿੰਦਾ ਆ। ਮਹਾਰਾਜ ਅਹਿਸਾਸ ਇਸ ਸਪਿਰਿਚੁਅਲ ਸਾਈਡ ਤੇ ਗੁਰੂ ਅਰਜਨ ਸਾਹਿਬ ਇੱਥੇ ਬਿਆਨ ਕਰਦੇ, ਅਸਲ ਸੁਹੱਪਣ ਸ਼ੁਭ ਗੁਣਾਂ ਦੇ ਨਾਲ ਜੀਵਨ ਦੇ ਅਮਲ ਨੂੰ ਉੱਚੇ ਚੁੱਕਣ ਵਿੱਚ ਆ। ਅਤੇ ਖਾਸ ਕਰਕੇ ਜਿਹੜੀਆਂ ਫੈਮਿਨਨ ਵੈਲਿਊਜ਼ ਨੇ, ਉਹਨਾਂ ਨੂੰ ਵੈਲਿਊ ਕਰਨਾ, ਉਹਨਾਂ ਨੂੰ ਅਡਾਪਟ ਕਰਨਾ,
मैं इन्नी की बेनती फिर करांगा कि जिहड़ा मैस्कुलिन वैल्यूज़ ਨੂੰ ਅਡਾਪਟ ਕਰਕੇ ਜਿਹੜਾ ਫੈਮਿਨਿਨ ਜੈਂਡਰ ਆ ਇਹ ਆਪਣੇ ਆਪ ਨੂੰ ਵੱਡਾ ਕਰਨਾ ਚਾਹੁੰਦਾ ਆ, ਇਹਦੇ ਨਾਲ ਵਡੱਪਨ ਨਹੀਂ ਆਏਗਾ। ਜਿਹੜੀਆਂ ਫੈਮਿਨਿਨ ਵੈਲਿਊਜ਼ ਨੇ ਉਹਨੂੰ ਸਾਰਿਆਂ ਨੂੰ ਅਸੀਂ ਅਡਾਪਟ ਕਰੀਏ, ਮੈਸਕੂਲਨ ਜੈਂਡਰ ਵੀ ਖਾਸ ਕਰਕੇ ਉਹਨੂੰ ਜਿਹੜਾ ਹੈਗਾ ਉਸ ਲੈਵਲ 'ਤੇ ਇਹਤਰਾਮ ਕਰੇ, ਉਹਨੂੰ ਵੈਲਿਊ ਕਰੇ। मैं तो अज की दुनिया कई ना औरत एक बिजनेस करती है, असी बड़ी प्रेज करते हैं, वेरी नाइस, शी इज़ ए बिजनेस एक्चुअली टाइकून, शी इज़ ए बिजनेस लेडी, शी इज़ एक्चुअली एंटरप्रेन्योर, शी इज़ एक्चुअली डूइंग ऑल दीज थिंग्स, नथिंग रॉन्ग विद दैट, बट एट द सेम टाइम जो एक परिवार नूं पालदी है की घाटा उहदे च, उहनूं किवें तुसीं डिवैल्यू कर सकते हो। जो बच्चियां नूं एक नवां विजन देंदी है की घाटा उहदे च, उहनूं क्यों नहीं वैल्यू किया जा रहा। तो मैं फिर विनती करांगा जो इस तरीके ਨਾਲ करदी है तो फिर ਇਹਦੇ ਨਾਲ मर्द ਨੂੰ बिल्कुल हथ नाल वटाना चाहिए उस रूप दे विच, पर जो कुदरती तौर पर ਉਹਦੇ ਕੋਲ ਆ वो शायद मर्द बड़ा जोर ला के भी थोड़ा बहुता कमाएगा। पर बाकी तुसीं रब्बी लैवल ते ਅਸੀਂ बात करिए उस अकाल पुरख वाहिगुरू के रूप दे ते महाराज ने बयान किया ना भी सुन नगरी एक जोगी बैठे नार ना पुरख कहो कहो कैसे, उत्थे ते नारी पुरख का जी तमीज़ जी किसी होर लैवल ते चली जाती है। प्रे शुभता जी बात की सुहब सुहब सुहबी क्या अपने प्रीतम कै रंग रती, जिन्होंने प्रभु प्रीत की हस्ती का रंग पूरी तरह चढ़ जाता वो जीवात्मावां सुहणियां सुहब भरियां हो जांदियां, खूबसूरत हो जांदियां, उन्हां दी खूबसूरती उन्हां दे चेहरे मोहरे तो दग दग करदी। ये सच्चाई है, जे प्रसन्न मन आ, जे प्रसन्न सोच आ तो प्रसन्नता चेहरे तो दिसे ना, ऐसा हो नहीं सकता। भाई गुरदास जी का बचन है, धन धरती विच दबी है मस्तक निशान है। जे बंदे दे कोल दौलत होए तो जी दौलत आ भावें उन्हें किसी बैंक जमा कराई है, पुराने समय लोग इकट्ठी करके जमीन हेठ वगैरह दब देंदे सीगे, ते भाई गुरदास जी कहते रौला पाउण दी लोड़ नहीं है, उहदा जिहड़ा ललाट दसदा है पैसा सरमाया है, 4 दमड़े हैगे इहदे कोल, ਉਹਦੀ बॉडी लैंगुएज फिक्र घट आ, ਉਹਦੀ बॉडी लैंगुएज ਦੇ ਵਿੱਚ उस किस्म की ਜਿਹੜੀ है डर नहीं गा, ਉਹਨੂੰ पता आ मेरे को कुछ है, आई कैन लिव माई लाइफ। हुण आ ਜਿਹੜੀ चीज़ आ ये है जे बंदे कोल शुभ गुण ने, चंगेरा एहसास है, आर वकार भी वह कुछ नहीं बिगाड़ सकते, जैसे मर्जी हालात हो, जिहो जी मर्जी उस किस्म की चीज़ हो। छोटी जी एग्जाम्पल कर देना एडिक्शन साइड तो फिर बचन अर्था देना, क्योंकि सारे बड़े फिलोसफिकल साइड की बात हो रही है। इत्थे साडे ब्रैम्पटन प्रोविंशियल जी प्रिजन है, हालांकि मैं सारा काम फैडरल करना, पर प्रोविंशियल प्रिजन दे विच कोई साडा यंग बच्चा सीगा ते उन्हें काफ़ी एफर्ट पाई, अथॉरिटीज़ ने कहा आई वांट टू एक्चुअली मीट एनी सिख स्पिरिचुअल काउंसलर, इफ यू गाइज कैन अरेंज, आई रियली एक्चुअली नीड हिम। तो उन्होंने थोड़ी एफर्ट पाई, तो जोड़ा उनका चैपलन सीगा मेन उत्थों दे जोड़ा चैपल दे विच, उन्हें किसी तरीके नाल मैनू कंटैक्ट किया। मैं क्या कोई गल नहीं, मैं टाइम कढ़ के चला गया, मिलिया उन्होंने, मैं क्या हाँ जी दसो कि कोई इशू हैगा, तो उन्हें अपनी सारी स्टोरी सुनाई, सारी गलबात की। फिर उन्हें कहा भी हुण मेरा ना रिलीज़ प्लान बन रहा रिलीज़ करने का, क्योंकि मेरी ऑलमोस्ट टाइम तो जो बचिया, पर उन्होंने कहा कि मेरा प्रोग्राम वगैरह हो गए ने सब, तो इस करके दे आर गोइंग टू रिलीज़ मी। तो जोड़ा मेरा रिलीज़ प्लान आ ये बहुत सख्त कंडीशनस होणगियां, तो जे किते मैं उत्ते ब्रीच कर गया, जे मैं उन्होंने फुलफिल ना कर पाया, फिर मेरे लिए बड़ा लंबा समा मैनू जिहड़ा हैगा इन प्रिजनस सर्व करना पएगा। सो मैं तुहाडे तो एक चाह रहा सीगा कि मैं बिल्कुल सूबर हाँ, मैं अंदर हाँ, मैं किसी किस्म के नाल नहीं। जो बाहर सीगा नशा भी खा रहा सी, नशा बेचण भी लग गया सी, देयर आर सो मेनी इशूज़ एक्चुअली जिन्होंने मैनू इत्थे तक लैके आंदा। अच्छा मैनू की कह रहे हो, तुहानू मैं ये कह रहा हाँ कि मैनू एक डर लग रहा, मैं बाहर ना जावां, बाहर गया दोबारा फिर मैं उस तरीके नाल जिहड़ा डिस्ट्रैक्ट हो जाऊँगा। ठीक है, फिर की करना चाहुंदा आ? कहंदा मैनू कुछ नहीं समझ आ रही, क्योंकि जिहड़े इत्थे मैनू सारे प्रोग्राम करवाए ने सारे तो बाहर कड्ढण वास्ते, उन्हें क्या आया कि जे तू एनवायरमेंट नहीं बदलेगा अपना, जिन्होंने लोगों के विच रहा सीगा, जिन्हें लोग तेनों इत्थों लैके गए ने, इस लैवल ते लै आए ने, जे उन्होंने चेंज नहीं करेगा, यू वोंट बी एबल टू चेंज योर सैल्फ।
ਸੋ ਉਹਦੇ 'ਚ ਇਹ ਹੈ ਕਿ ਜੇ ਤੂੰ ਆਪਣੇ ਆਪ ਨੂੰ ਚੇਂਜ ਕਰੇਗਾ ਤਾਂ ਹੀ ਕੁਝ ਬਾਤ ਬਣ ਸਕੇਗੀ, ਅਦਰਵਾਈਜ਼ ਇਟਸ ਨੋਟ ਗੋਣਾ ਹੈਪਨ, ਇਹ ਨਹੀਂ ਹੋਏਗਾ। ਤੂੰ ਕਹਿੰਦਾ ਵੀ ਚੇਂਜ ਇਹੋ ਹੀ ਹੈ ਕਿ ਮੈਂ ਆਪਣੇ ਦੋਸਤ ਮਿੱਤਰ ਸਭ ਕਹਿੰਦਾ ਛੱਡ ਦੇ ਇਸ ਤਰੀਕੇ ਨਾਲ, ਕਹਿੰਦਾ ਉਹ ਤਾਂ ਛੱਡ ਦਿਆਂਗਾ, ਠੀਕ ਗੱਲ ਹੈ। ਪਰ ਜਿਹੜੇ ਮੇਰੇ ਰਿਸ਼ਤੇਦਾਰ ਨੇ, ਜਿਹੜੇ ਮੇਰੀ ਫੈਮਿਲੀ ਹੈ, ਜਿਨ੍ਹਾਂ ਮੈਨੂੰ ਲੈਣ ਆਉਣਾ ਹੈ, ਜਿਨ੍ਹਾਂ ਦੇ ਕੋਲ ਜਾ ਕੇ ਮੈਂ ਰਹਿਣਾ ਆ, ਉਹ ਤੇ ਸਾਰੇ ਇਹਦੇ 'ਚ ਇਨਵੋਲਵ ਹੈਗੇ ਨੇ। ਸੋ ਇਹ ਕਿਵੇਂ ਹੋ ਸਕਦਾ ਆ ਕਿ ਮੈਂ ਇਸ ਚੀਜ਼ ਤੋਂ ਬਚ ਜਾਵਾਂ? ਮੈਨੂੰ ਇਹ ਡਰ ਹੈ ਕਿ ਜਿਸ ਦਿਨ ਉਹ ਮੈਨੂੰ ਲੈ ਕੇ ਜਾਣਗੇ ਸ਼ਾਇਦ ਉਸੇ ਦਿਨ ਹੀ ਦੁਬਾਰਾ ਫਿਰ ਮੈਂ ਜਿਹੜੀਆਂ ਕੰਡੀਸ਼ਨਸ ਨੇ ਬਰੀਚ ਕਰ ਜਾਵਾਂਗਾ। ਖੈਰ ਮੈਂ ਉਹਦੀ ਸਾਰੀ ਗੱਲਬਾਤ ਸੁਣੀ। ਮੈਂ ਉਹਨੂੰ ਪਹਿਲੀ ਗੱਲ ਤਾਂ ਇਹ ਕੀਤੀ, ਮੈਂ ਕਿਹਾ ਵੀ ਜਿੰਨੀ ਤੂੰ ਡੀਪਲੀ ਅਨਾਲਿਸਿਸ ਪੇਸ਼ ਕੀਤੀ ਹੈ, ਡੀਪ ਅਨਾਲਿਸਿਸ ਕੀਤਾ ਆਪਣੇ ਆਪ ਦਾ, ਆਪਣੇ ਐਨਵਾਇਰਮੈਂਟ ਦਾ, ਇਟ ਸ਼ੋਜ਼ ਮੀ ਯੂ ਹੈਵ ਸਟਰੈਂਥ, ਯੂ ਕੈਨ ਐਕਚੁਅਲੀ ਬੀਟ the whole addiction related issues without actually any doubt। ਉਹ ਕਹਿੰਦਾ ਤੁਸੀਂ ਮੇਰੇ 'ਚ ਬਿਲੀਵ ਕਰਦੇ ਹੋ? ਮੈਂ ਕਿਹਾ ਮੈਨੂੰ ਦਿਸ ਰਿਹਾ। ਕੁਛ ਚੀਜ਼ਾਂ ਹੋਰ ਹੋਈਆਂ ਦੋ ਚਾਰ ਉਹਦੇ 'ਚ ਗੱਲਾਂ ਬਾਤਾਂ। ਅਖੀਰ ਗੱਲ ਇਹ ਹੋਈ, ਮੈਂ ਕਿਹਾ ਵੀ ਸੱਜਣਾ ਗੱਲ ਇਹ ਹੈ, ਇਹ ਡਿਪੈਂਡ ਕਰਦਾ ਤੇਰੇ 'ਤੇ। ਗੁਰਬਾਣੀ 'ਚ ਸਾਡੇ ਕੋਲ ਜਿਹੜੀ ਐਗਜ਼ਾਮਪਲ ਆ ਉਹ ਹੈਗੀ ਲੋਟਸ ਫਲਾਵਰ ਦੀ, ਕੌਲ ਦਾ ਫੁੱਲ। ਜੈਸੇ ਜਲ ਮੈਂ ਕਮਲ ਨਿਰਾਲਮ, ਕੌਲ ਦਾ ਫੁੱਲ ਚਿੱਕੜ ਵਿੱਚ ਉੱਗ ਕੇ ਚਿੱਕੜ ਤੋਂ ਬਿਲਕੁਲ ਨਿਰਲੇਪ ਹੋ ਜਾਂਦਾ ਹੈਗਾ। ਜੇ ਤੂੰ ਉਸ ਆਪਣੇ ਆਪ ਨੂੰ ਉਹਦੇ ਨਾਲ ਸਿੰਬੋਲਿਕ ਵੇ ਦੇ ਨਾਲ, ਸਿੰਬਲ ਨੂੰ, ਉਸਨੂੰ ਯੂਜ਼ ਕਰੇ ਤੇ ਡੈਫੀਨੇਟਲੀ ਤੂੰ ਉਸ ਲੈਵਲ 'ਤੇ ਜਾ ਸਕਦਾ ਹੈਗਾ। ਹੁਣ ਜਿਹੜੀ ਬਾਤ ਹੋਈ, ਜਦੋਂ ਨੇ ਇਸ ਤਰੀਕੇ ਨਾਲ ਗੱਲ ਸੁਣੀ, ਤੇ ਬਾਈ ਚਾਂਸ ਹੋਇਆ ਇਹ ਕਿ ਮੈਂ ਥੋੜ੍ਹੇ ਦਿਨਾਂ ਬਾਅਦ ਸ਼ਹਿਰ ਤੋਂ ਬਾਹਰ ਚਲੇ ਜਾਣਾ ਸੀਗਾ, तो मैं चला गया। बाद रिलीज़ होया, सारी गलबात हुई। मैं थोड़ा फिक्रमंद सी, मुड़ के मेरी भी सुरती च चलेगी चीज़। मैं वापस आया, वापस आने तो बाद काफ़ी दिनों बाद उसकी कॉल आई, कहते एक प्रोग्राम है, कैन यू पार्टिसिपेट इन दैट प्रोग्राम? मैं क्या डेफिनेटली। होर गल्लां बात हुई। मैं क्या तू अपनी सुना? कहना मिल के दसांगे। मैनू फिर थोड़ा डर लगा, मैं क्या शायद कुछ ना कुछ कंडीशनस होर होईयां होणगियां। जो मिले तो कहता जी मोस्टली कंडीशनस भी चकियां गई। नाउ आई एम एक्चुअली totally sober and totally clean, and I'm doing what I have, what I should do in society, what I have actually what I have been doing from the last few years, but I wasn't able to do that, but now I'm able to do that। मैं बिल्कुल जा रहा सोसाइटी, बिल्कुल राइट पाथ है। ठीक है जी। फिर बात की हुई, कहते बात की होनी है। मैनू गल तुहाडी जिहड़ी सी जहन विच सीगी, कॉल दे फुੱਲ वाली सारी बात। कहंदा भी जिस दिन मैनू वो लैके गए तो उस दिन पार्टी हुई, लै गए उत्थे सारा कुछ, देवर एक्चुअली सर्विंग अल्कोहल बेवरेजेस एंड एवरीथिंग। तो फिर कहंदा गल ये है कि उन्होंने सारिਆਂ ਨੂੰ मैं खुद अपने हथी सर्व करता रहा। तो मैनू ने क्या भी कोई गल नहीं थोड़ा। मैं क्या गल ये है कि तुसी एक बारी कहो, 100 बारी कहो, तो 10,000 बारी कहो, इसका कोई असर नहीं होना। क्योंकि जिथे जो मैनू समझ आ गई है कि मैं की करना है जीवन दे विच, आई एम टोटली ऑन दैट साइड। एक ही है, जो तुहाडे च एक एबिलिटी आ जाए, वो तुहाडे चेहरे मोरे, तुहाडी बॉडी लैंग्वेज, हर चीज़ चो नज़र आती है। कहंदा मुड़ के हुण मोस्टली जिहड़े सारा सर्कल सीगा आप ही छड्ड गया, मैनूं छड्डण दी लोड़ ही नहीं पई। कहंदा सब दूर चला गया कोई, क्योंकि उन्हां दे मेरे नाल इंटरस्ट ही फुलफिल नहीं होंदे, पूरे नहीं होंदे। साहब जी बात की ना, सुहब सुहब सुहवी अपने प्रीतम कै रंग रती। जो अपने प्रीतम प्यार करने वाली उस अध्यात्मी तल की अवस्था के चक्करी रूह उतर गई। ये रहा वह पद आया, शुरुआती पद आया, लालन राव्या कवन गतीरी सखी। सत्संगी सखी नूं पुछया जा रहा है, ओ मेरी सत्संगी सखी मैनूं दस उस महान लालिमा मन जिहड़ा है मानन वाले, उस शुभ गुण अकाल पुरख वाहिगुरू नाल सांझ रखने वाली उस भाव नूं मैं किवें मान सकदी हाँ? तू मैनूं दस सखी बताओ मुझे मतीरी, मैनूं इहदी मत दे, मैनूं इहदी सोझी दे। पाम मलोमों संग नैन पतीरी, पतीरी अख की पलक नूं कहा जाता है। मैं तेरे पैरां नूं मलदी हाँ, मैं तेरे पैरां नूं जिहड़ा हैगा धोनी अख की पलक नाल। मैटाफोर है हायर लैवल का। जहां पठाओ जाऊं ततीरी, जिथे तू बिठा दे मैं उत्थे तत्काल राइट वे आओ, विदाउट एनी एक्चुअली आर्गूमेंट आई विल फॉलो द पाथ वट एवर यू सजेस्ट मी। बट ओ माई एक्चुअली डिसाइपल comrade, disciple, friend, disciple, actually Sakhi, please help me so that I can enjoy the presence of Vaheguru Ji. I can make some kind of association with Akal Purkh Vaheguru. जप तप संजम देव जतीरी, मैं सब तरह के जोड़ा है क्रिया कलाप धार्मिक कर्म कर्म सब वो मिलाप वास्ते छड्डण वास्ते तैयार हाँ। एक निमख मिलावो मोहे प्राण पतीरी, जे किते
ਅੱਖ ਦੇ ਫੋਰ ਜਿੰਨੇ ਸਮੇਂ ਲਈ ਵੀ ਮੇਰੇ ਪ੍ਰਾਣਾਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਉਹ ਮੇਰੇ ਨਾਲ ਸਾਂਝ ਪਾ ਲੇ, ਮੈਨੂੰ ਉਹਦਾ ਮਿਲਾਪ ਮਿਲ ਜਾਏ। ਮਾਨ ਤਾਣ ਅਹੰਗ ਬੁੱਧ ਹਤੀਰੀ। ਹੁਣ ਉਹ ਸਾਰੇ ਦੇ ਉੱਤੇ ਜਵਾਬ ਆ ਰਿਹਾ ਵੀ ਉਹ ਸਤਸੰਗੀ ਸਖੀ ਕਹਿੰਦੀ ਤੂੰ ਮਿਲਾਪ ਚਾਹੁੰਦੀ ਹੈ, ਹਾਂ ਫਿਰ ਕਰ ਮਾਨ ਤਾਣ ਅਹੰਗ ਬੁੱਧ ਹਤੀਰੀ। ਹਤੀ ਕਿਤੇ ਹੱਤਿਆ ਕਰਨੀ। ਸਿੱਖੀ 'ਚ ਬਾਤ ਆ, ਵੈਸੇ ਕਹਿੰਦੇ ਨੇ ਮਾਰ ਧਾੜ ਨਹੀਂ ਕਰਨੀ ਚਾਹੀਦੀ, ਤੇ ਸਿੱਖੀ 'ਚ ਮਾਰ ਧਾੜ ਹੈ ਵੀ ਨਹੀਂ ਜੋ ਹੈ, ਕਿਉਂਕਿ ਸਿੱਖ ਲੜਾਕਾ ਤੇ ਹੈ ਨਹੀਂ ਗਾ ਨਾ, ਸਿੱਖ ਤੇ ਯੋਧਾ ਆ। ਯੋਧਾ ਉਹ ਹੁੰਦਾ ਹੈ ਜਿਹੜਾ ਅਖੀਰ ਤੱਕ ਚੁੰਕਾਰ ਅਜ਼ਹਮਾ ਹਿਲ ਤੇ ਦਰਗੁਜਸ਼ਤ, ਜਦੋਂ ਸਾਰੇ ਹਿੱਲੇ ਵਸੀਲੇ ਖਤਮ ਹੋ ਜਾਂਦੇ ਨੇ, ਉਹ ਐਵੇਂ ਨਹੀਂ ਕਿ ਮਾੜੀ ਜਿਹੀ ਗੱਲ ਦੇ ਉੱਤੇ ਕਹਿੰਦੇ ਵੀ ਚੱਲ ਹੁਣੇ ਵੇਖਦੇ ਆ ਬਾਂਹ ਚੜਾ ਇੱਧਰ, ਨਾ ਨਾ ਨਾ, ਲੜਾਕਾ ਥੋੜਾ ਯੋਧਾ ਆ। ਅਖੀਰ ਤੱਕ ਸਬਰ ਦਾ ਪਿਆਲਾ ਪੈਂਦਾ ਹੈ। ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਤੁਸੀਂ ਦੇਖੋ ਫਿਰ ਅਗਾਂਹ ਸਿੱਖਾਂ ਦੇ ਵਿੱਚ ਦੇਖੋ, ਤੁਸੀਂ ਭਾਈ ਮਣੀ ਸਿੰਘ ਸਰੀਖੀਆਂ ਰੂਹਾਂ, ਤੁਸੀਂ ਉਹਦੇ ਵਿੱਚ ਤੁਸੀਂ ਦੇਖੋ ਸ਼ਹਿਬਾਜ਼ ਸਿੰਘ, ਸ਼ੋਭਾਗ ਸਿੰਘ, ਤੁਸੀਂ ਦੇਖੋ ਇੱਕ ਤੋਂ ਬਾਅਦ ਇੱਕ ਨਾਂ ਆ ਰਹੇ ਜਿਹੜੇ ਬਿਲਕੁਲ ਉਸ ਤਰੀਕੇ ਦੇ ਨਾਲ ਆ ਵੀ ਅਖੀਰ ਤੱਕ। ਪਰ ਹਾਂ ਜਦੋਂ ਕਿਤੇ ਉਹ ਅਖੀਰ ਤੇ ਫਿਰ ਜਾ ਕੇ ਵੈਪਨ ਕੈਰੀ ਕਰਦੇ ਨੇ, ਫਿਰ ਉਹ ਇਸ ਵਾਸਤੇ ਨਹੀਂ ਕਿ ਆਪਣੇ ਆਪ ਨੂੰ ਜਿਹੜਾ ਪ੍ਰੈਜ਼ੈਂਟ ਕਰਨਾ ਹੈ, ਕਿਸੇ ਨੂੰ ਜਿਹੜਾ ਖਤਮ ਕਰਨਾ, ਉਹ ਤਾਂ ਇਸ ਵਾਸਤੇ ਹੈ ਕਿ ਹੁਣ ਮਾਨਵਤਾ ਦੀ ਹੋਂਦ ਵਾਸਤੇ ਲੜਨਾ ਹੈਗਾ ਹੈ। ਅਦਰਵਾਈਜ਼ ਜਿਹੜੀ ਹੱਤਿਆ ਕਰਨੀ ਹੈ ਉਹ ਸਿਰਫ ਇੱਕੋ ਹੀ ਚੀਜ਼ ਹੈ, ਆਪਣੇ ਅਹੰਗ ਦੀ ਹੱਤਿਆ ਹੈ। ਅਹੰਗ ਬੁੱਧ ਭਾਵ ਹੰਕਾਰ ਤੋਂ ਬਾਹਰ ਆਉਣਾ ਹੈ। ਮਾਣ ਤਾਣ ਅਹੰਗ ਬੁੱਧ ਹਤੀਰੀ ਸਾ ਨਾਨਕ ਸੁਹਾਗ ਵਤੀਰੀ। ਅਸਲ ਵਿੱਚ ਨਾਨਕ ਉਹ ਸੁਹਾਗਣ ਆ, ਅਸਲ ਵਿੱਚ ਉਹ ਸੁਹਾਗ ਭਾਗ ਵਾਲੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪਾਉਣ ਵਾਲੀ ਰੂਹ ਹੈ ਜਿਹੜੀ ਇਹਨਾਂ ਗੁਣਾਂ ਦੀ ਧਾਰਨੀ ਹੋ ਜਾਏ ਤਾਂ ਬੜੀ ਸੁਹੱਪਨ ਦੇ ਮਲਕਾ ਹੈ। ਉਹ ਵਾਕਿਆ 'ਚ ਇਸ ਧਰਤੀ ਦਾ ਸ਼ਿੰਗਾਰ ਆ। ਸਭ ਰਹਿਮਤ ਕਰਨ ਇਹਨਾਂ ਆਲਮੀ ਵਾਕਿਆ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਕੋਵਿਡ-19 ਦੀ ਸਿਚੁਏਸ਼ਨ ਹਾਲਾਂਕਿ ਡੇ ਬਾਈ ਡੇ ਬੈਟਰ ਹੋ ਰਹੀ ਹੈ, ਪਰ ਅਜੇ ਗੌਰਮੈਂਟਸ ਜਿਹੜੀਆਂ ਨੇ ਉਹ ਕਿਸੇ ਤਰੀਕੇ ਦੀ ਅਜੇ ਢਿੱਲ ਨਹੀਂ ਲੈਣਾ ਚਾਹੁੰਦੀਆਂ। ਸੋ ਇਸ ਕਰਕੇ ਸਾਡੇ ਇੱਥੇ ਜੇ 1 ਮਹੀਨੇ ਆਲਮੋਸਟ ਮਹੀਨਾ ਪੂਰਾ ਜਿਹੜਾ ਹੈ ਉਹਨਾਂ ਨੇ ਮੈਜਰਮੈਂਟ ਸੇਮ ਰੱਖੇ ਨੇ, ਬਟ ਉਹਦੇ ਵਿੱਚ ਇੰਨਾ ਹੀ ਹੈ ਕਿ ਹੌਸਲਾ ਰੱਖਣਾ ਹੈ, ਤਗੜੇ ਰਹਿਣਾ ਹੈ, ਭਰੋਸਾ ਰੱਖਣਾ ਅਕਾਲ ਪੁਰਖ ਵਾਹਿਗੁਰੂ 'ਤੇ ਜਿਹੜਾ ਬੇਅੰਤ ਸਤਿਗੁਰੂ ਹੈ। ਜਿਹੜੀ ਬਾਣੀ ਵਾਰ-ਵਾਰ ਕਹਿੰਦੀ ਹੈ ਕਿ ਬੰਦੇ ਦੁੱਖ ਨੂੰ ਦੁੱਖ ਨਾ ਜਾਣ, ਦੁੱਖ ਦਾਰੂ ਇਹ ਦਾਰੂ ਹੈ। ਇਹ ਬਹੁਤ ਕੁਝ ਸਿਖਾਉਣ ਵਾਸਤੇ, ਸਮਝਾਉਣ ਵਾਸਤੇ, ਦੱਸਣ ਵਾਸਤੇ ਆਇਆ। ਮਾਲਕ ਮਾਲਕ ਤਰਸ ਕਰਨ ਵਾਲਾ। ਅਰਦਾਸ ਦੇ ਬਚਨ ਲਿਖੇ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਿਓ ਉਬਾਰ। ਸਾਈਂ ਤੂੰ ਹੀ ਉਬਾਰਨਾ ਆ। ਰਜ਼ਾ ਵਿੱਚ ਰਾਜ਼ੀ ਰੱਖੀ, ਰਜ਼ਾ ਵਿੱਚ ਖੁਸ਼ ਰੱਖੀ। ਇਹ ਅਰਦਾਸ ਰਾਤ ਦਿਨ ਕਰਨੀ ਹੈ। ਪ੍ਰਭੂ ਦੀ ਸਮ੍ਰਿਤੀ, ਬਾਣੀ ਦਾ ਪਾਠ, ਜਪਨ ਜਾਪ, ਇਹਦਾ ਨਾਲ ਜੁੜਨਾ ਆ। ਅੱਜ ਵਾਸਤੇ ਇੱਥੇ ਸਮਾਪਤੀ ਕਰਦੇ ਹਾਂ। ਗੁਰਮੁਖ ਪਿਆਰੇ ਸੱਜਣ ਆ ਗਏ। ਅਗਲਾ ਪ੍ਰੋਗਰਾਮ ਗੁਰਮਤਿ ਸਿਮਰਨ ਦੇ ਅਕੋਰਡਿੰਗਲੀ ਜਿਹੜਾ ਤੁਹਾਨੂੰ ਉਸ ਤਰੀਕੇ ਨਾਲ ਜੋੜਨਗੇ। ਮੈਂ ਇੱਥੇ ਖਿਮਾ ਦਾ ਯਾਚਕ ਹੋਵਾਂਗਾ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।